ਹੈਲੋ। ਹੈਲੋ, ਸਤਿ ਸ੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਹੈ? ਬਸ ਠੀਕ ਹੈ ਸਰ, ਤੁਸੀਂ ਦੱਸੋ? ਵਧੀਆ। ਚੈੱਕ ਕਰ ਲਏ ਆਨਸਰ? ਹਾਂਜੀ ਸਰ, ਤੁਸੀਂ ਭੇਜੇ ਸੀ ਮੈਨੂੰ, ਮੈਂ ਦੇਖ ਲਈ ਸੀ। ਥੋੜਾ ਜਿਹਾ ਫਸਟ ਕੁਐਸਚਨ ਚ ਪ੍ਰੋਬਲਮ ਦੱਸੀ ਤੁਸੀਂ ਵੀ, ਕੁਐਸਚਨ ਦੇ ਹਿਸਾਬ ਨਾਲ ਮੈਂ ਥੋੜਾ ਲਿਖ ਨਹੀਂ ਰੱਖਿਆ ਉਹ। ਠੀਕ ਹੈ, ਸਕਰੀਨ ਤੇ ਹੀ ਆ ਗਿਆ ਤੁਹਾਡਾ ਆਨਸਰ, ਦੇਖ ਲਓ। ਹਾਂਜੀ ਹਾਂਜੀ, ਆ ਗਿਆ ਸਰ। ਸਵੈ ਪੜਚੋਲ ਹੈ ਨਾ। ਹਾਂਜੀ। ਪਹਿਲਾਂ ਆਪਾਂ ਤੁਹਾਡਾ ਦੂਸਰਾ ਆਨਸਰ ਚੈੱਕ ਕਰਦੇ ਹਾਂ, ਇਹਦੇ ਤੇ ਵੀ ਗੱਲ ਕਰਦੇ ਹਾਂ ਆਪਾਂ। ਠੀਕ ਹੈ ਬਿਰਧ ਅਵਸਥਾ ਦਾ ਜ਼ਿਕਰ ਸ਼ੇਖ ਫਰੀਦ ਬਾਣੀ ਵਿੱਚ ਵਾਰ-ਵਾਰ ਹੋਇਆ। ਠੀਕ ਹੈ, ਜ਼ਿਕਰ ਕਰਦੇ ਫਰੀਦ। ਇਹਦੇ ਚ ਐਫਰਟ ਵਧੀਆ ਲਾਇਆ ਹੋਇਆ, ਕੋਸ਼ਿਸ਼ ਕੀਤੀ ਹੈ। ਇਹ ਫਸਟ ਟਾਈਮ ਲਿਖਿਆ ਆਨਸਰ ਤੁਸੀਂ? ਸਰ ਫਸਟ ਟਾਈਮ ਹੀ ਲਿਖਿਆ। ਹਾਂਜੀ। ਠੀਕ ਹੈ, ਇਹਦੇ ਚ ਦੇਖੋ ਪੁਆਇੰਟ ਕੀ ਹੈ ਕਿ ਸਭ ਤੋਂ ਪਹਿਲਾਂ ਤਾਂ ਜਦੋਂ ਆਪਾਂ ਆਨਸਰ ਲਿਖਦੇ ਹਾਂ ਨਾ, ਤਾਂ ਇਹ ਬੜਾ ਕਨਵੈਨਸ਼ਨਲ ਜਿਹਾ ਤਰੀਕਾ ਹੈ ਵੀ ਉਹਨਾਂ ਦਾ ਜਿਹੜਾ ਜੀਵਨ ਹੈ 1176 ਤੋਂ 1266 ਰਿਹਾ ਹੈ ਨਾ। ਹਾਂਜੀ ਹਾਂਜੀ, ਠੀਕ ਹੈ, ਇਦਾਂ ਦੀ ਚੀਜ਼ ਨਹੀਂ ਲਿਖਣੀ ਹੈਗੀ। ਠੀਕ ਹੈ ਸਰ। ਠੀਕ ਹੈ, ਸਿੱਧਾ ਜਿਹੜਾ ਹੈਗਾ ਕੁਐਸਚਨ ਤੋਂ ਸ਼ੁਰੂ ਕਰੋ ਗੱਲ ਨੂੰ ਤੁਸੀਂ। ਠੀਕ ਹੈ, ਠੀਕ ਹੈ। ਕਿਉਂਕਿ ਦੇਖੋ ਇਹ ਕੁਐਸਚਨ ਤੁਹਾਨੂੰ 150 ਸ਼ਬਦਾਂ ਦੇ ਵਿੱਚ ਵੀ ਆ ਸਕਦਾ ਹੈ, 200 ਚ ਵੀ ਆ ਸਕਦਾ, ਤਾਂ ਉੱਥੇ ਸਾਡੇ ਕੋਲ ਸਕੋਪ ਹੀ ਨਹੀਂ ਇਹ ਚੀਜ਼ ਲਿਖਣ ਦੀ। ਇੱਕ ਇੱਕ ਸ਼ਬਦ ਮੈਟਰ ਕਰਦਾ ਉੱਥੇ। ਹਾਂਜੀ ਹਾਂਜੀ, ਇਹ ਤਾਂ ਹੈ। ਕੀ ਲਿਖਣਾ ਕੀ ਨਹੀਂ ਲਿਖਣਾ। ਠੀਕ ਸਰ, ਜਿੱਦਾਂ ਆਪ ਪਹਿਲੀ ਲਾਈਨ ਸ਼ੁਰੂ ਕੀਤੀ ਹੋਈ ਹੈ, ਇਸ ਲਾਈਨ ਤੋਂ ਸ਼ੁਰੂ ਕਰ ਸਕਦੇ ਹਾਂ ਨਾ? ਉਹ ਵੀ ਨਹੀਂ ਸ਼ੇਖ ਕਰਨਾ, ਫਰੀਦ ਜੀ, ਉਹ ਵੀ ਨਹੀਂ ਕਰਨਾ। ਅੱਛਾ, ਠੀਕ ਹੈ, ਠੀਕ ਹੈ, ਠੀਕ। ਰਾਈਟ। ਤੇ ਹੁਣ ਇਹਨੂੰ ਆਪਾਂ ਦੇਖਣਾ ਹੈਗਾ ਕਿ ਆਪਾਂ ਕਿਵੇਂ ਲਿਖਣਾ। ਅਗਲੀ ਚੀਜ਼, ਇੱਕ ਤਾਂ ਇਹ ਹੈ ਸਟਾਰਟਿੰਗ ਦੀ ਜਿਹੜੀ ਗੱਲ ਹੈ। ਦੂਸਰੀ ਚੀਜ਼ ਇਹਦੇ ਵਿੱਚ ਜਿਹੜੀ ਗੱਲ ਕਰਨੀ ਹੈ ਉਹ ਹੈ, ਹੁਣ ਕੁਐਸਚਨ ਨੂੰ ਸਮਝੋ ਤੁਸੀਂ, ਕਿ ਬਿਰਧ ਅਵਸਥਾ ਦਾ ਜ਼ਿਕਰ ਸ਼ੇਖ ਫਰੀਦ ਬਾਣੀ ਵਿੱਚ ਵਾਰ-ਵਾਰ ਹੋਇਆ ਹੈ। ਜ਼ਿਕਰ ਕਰਦੇ ਫਰੀਦੀ ਮਨੁੱਖ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਨ। ਇੱਥੇ ਵੀ ਆਪਾਂ ਹੁਣ ਧਿਆਨ ਰੱਖਣਾ ਹੈਗਾ। ਜਨਰਲੀ ਆਪਾਂ ਜਦੋਂ ਆਨਸਰ ਇਹਦੇ ਤੇ ਲਿਖਦੇ ਹਾਂ ਤਾਂ ਆਪਾਂ ਕੀ ਕਰਦੇ ਹਾਂ ਨਾ, ਕਿ ਬਿਰਧ ਅਵਸਥਾ ਦੀ ਗੱਲ ਹੈ ਜਿਹੜੀ ਉਹੀ ਵਾਰ-ਵਾਰ ਕਰੀ ਜਾਂਦੇ ਰਹਿੰਦੇ ਹਾਂ ਆਪਾਂ, ਕਿ ਬਿਰਧ ਅਵਸਥਾ ਦਾ ਜ਼ਿਕਰ ਕਰਦੇ ਉਹਨਾਂ ਨੇ ਨੈਤਿਕਤਾ ਨਾਲ ਜਿਉਣਾ ਸਿਖਾਇਆ। ਬਿਰਧ ਅਵਸਥਾ ਦਾ ਜ਼ਿਕਰ ਕਰਦੇ ਉਹਨਾਂ ਨੇ ਮਨੁੱਖ ਮਤਲਬ ਦੂਸਰਿਆਂ ਨਾਲ ਚੰਗਾ ਵਿਵਹਾਰ ਕਰਨਾ ਸਿਖਾਇਆ, ਇਹਦਾ ਸੰਦੇਸ਼ ਦਿੰਦੇ ਆ। ਨਹੀਂ, ਠੀਕ ਹੈ। ਸਭ ਤੋਂ ਪਹਿਲਾ ਪੁਆਇੰਟ ਜਿਹੜਾ ਇਹਦੇ ਚ ਆਉਂਦਾ ਉਹ ਇਹ ਹੈ ਕਿ ਸ਼ੇਖ ਫਰੀਦ ਜੀ ਦੀ ਫਿਲਾਸਫੀ ਕੀ ਹੈ, ਉਹਨੂੰ ਸਮਝੋ ਪਹਿਲਾਂ ਤਾਂ। ਹਾਂਜੀ। ਤਾਂ ਉਹ ਬੜੀ ਆਪਾਂ ਸਿੱਧੇ ਸਾਦੇ ਸ਼ਬਦਾਂ ਦੇ ਵਿੱਚ ਜਦੋਂ ਉਹਨੂੰ ਸਮਝਦੇ ਹਾਂ ਤਾਂ ਸ਼ੇਖ ਫਰੀਦ ਜੀ ਦੀ ਵਿਚਾਰਧਾਰਾ ਕੀ ਹੈ ਕਿ ਮਨੁੱਖੀ ਜ਼ਿੰਦਗੀ ਹੈ ਜਿਹੜੀ, ਉਹਦਾ ਕੀ ਮਕਸਦ ਹੈ। ਉਹਦਾ ਮਕਸਦ ਹੈ ਪਰਮਾਤਮਾ ਨਾਲ ਮਿਲਾਪ ਕਰਨਾ। ਠੀਕ ਹੈ, ਇਹ ਉਹਦੀ ਜਿਹੜੀ ਹੈਗੀ ਹੈ ਇੱਕ ਜਗਿਆਸਾ ਆਮ ਮਨੁੱਖ ਦੀ ਉਸ ਵੇਲੇ ਮੱਧ ਕਾਲ ਦੇ ਵਿੱਚ ਜਿਹੜਾ ਸੀ। ਠੀਕ ਹੈ, ਠੀਕ ਹੈ। ਤਾਂ ਇੱਥੋਂ ਆਪਾਂ ਜਿਹੜੀ ਹੈ ਗੱਲ ਸ਼ੁਰੂ ਕਰਨੀ ਹੈਗੀ ਹੈ। ਠੀਕ ਹੈ, ਇਹਦੇ ਹੁਣ ਕਈ ਐਸਪੈਕਟਸ ਬਣ ਜਾਂਦੇ ਜਦੋਂ ਅਸੀਂ ਇਸ ਕੁਐਸਚਨ ਦਾ ਆਨਸਰ ਕਰਦੇ ਹਾਂ। ਇੱਕ ਤਾਂ ਜਿਵੇਂ ਮੈਂ ਹੁਣੇ ਤੁਹਾਡੇ ਨਾਲ ਗੱਲ ਕੀਤੀ, ਆਪਾਂ ਆਨਸਰ ਨੂੰ ਇਸ ਤਰੀਕੇ ਨਾਲ ਲਿਖ ਦਿੰਦੇ ਹਾਂ, ਉਹ ਹੈ ਇੱਕ ਐਵਰੇਜ ਆਨਸਰ, ਬਿਲਕੁਲ ਹੀ ਐਵਰੇਜ। ਠੀਕ ਹੈ, ਜਿਹਦੇ ਤੇ ਆਪਾਂ ਕਹਿ ਦਿੰਦੇ ਹਾਂ ਵੀ ਆਨਸਰ ਤਾਂ ਲਿਖਿਆ ਜੀ, ਬਹੁਤ ਵਧੀਆ ਲਿਖਿਆ, ਪਰ ਨੰਬਰ ਨਹੀਂ ਆਏ। ਇਦਾਂ ਦੇ ਆਨਸਰ ਚੋਂ ਕਦੇ ਉਹ ਨੰਬਰ ਨਹੀਂ ਆਉਂਦੇ ਜਿਹਦੇ ਨਾਲ ਆਪਾਂ ਕਹੀਏ ਕਿ ਵਧੀਆ ਸਕੋਰ ਆ ਸਕੇ। ਦੂਜਾ ਪੁਆਇੰਟ ਆਉਂਦਾ ਕਿ ਜਦੋਂ ਵੀ ਅਸੀਂ UPSC ਦੇ ਵਿੱਚ ਗੱਲ ਕਰਦੇ ਹਾਂ, ਕੁਐਸਚਨ ਉਹ ਪੁੱਟ ਕਰਦਾ ਐਗਜ਼ਾਮੀਨਰ, ਤਾਂ ਉਹ ਜਿਹਨੂੰ ਅਸੀਂ ਕਹਿੰਦੇ ਇਨ ਬਿਟਵੀਨ ਦਾ ਲਾਈਨਸ, ਤਾਂ ਉੱਥੇ ਕੁਝ ਪੁੱਛ ਰਿਹਾ ਹੁੰਦਾ ਸਾਡੇ ਕੋਲੋਂ ਉਹ। ਠੀਕ ਹੈ, ਸੰਦੇਸ਼ ਮੰਗ ਰਿਹਾ ਇਸ ਕੁਐਸਚਨ ਚ। ਹਾਂਜੀ ਹਾਂ, ਠੀਕ ਹੈ। ਤਾਂ ਉਸ ਚੀਜ਼ ਨੂੰ ਵੀ ਅਸੀਂ ਜਿਹੜਾ ਹੈਗਾ ਸਮਝਣਾ ਸਾਨੂੰ ਜ਼ਰੂਰੀ ਹੋ ਜਾਂਦਾ। ਜਸਟ ਇੱਕ ਸੈਕਿੰਡ, ਵਾਪਸ ਆ ਰਿਹਾ ਮੈਂ ਤੁਹਾਡੀ। ਤਾਂ ਇਨ ਬਿਟਵੀਨ ਦਾ ਲਾਈਨਸ ਹੈ ਜਿਹੜਾ, ਉਹ ਸਾਨੂੰ ਸਮਝਣਾ ਜ਼ਰੂਰੀ ਹੁੰਦਾ ਕਿ ਅਸਲ 'ਚ ਉਹ ਪੁੱਛਣਾ ਕੀ ਚਾਹੁੰਦਾ ਹੈ। ਹੁਣ ਜੇ ਅਸੀਂ ਕਹੀਏ ਕਿ ਉਹ ਬਿਰਧ ਅਵਸਥਾ ਦੇ ਵਿੱਚੋਂ ਸਾਨੂੰ ਨੈਤਿਕਤਾ ਦਾ, ਚੰਗੇ ਵਿਵਹਾਰ ਦਾ ਸੰਦੇਸ਼ ਦੇ ਰਹੇ ਹੈ, ਇਹ ਤਾਂ ਕੋਈ ਵੀ ਵਿਅਕਤੀ ਆਮ ਕੋਈ ਵੀ ਲਿਖ ਦੇਗਾ। ਠੀਕ ਹੈ, ਸਾਡਾ ਆਨਸਰ ਇੱਕ ਯੂਨੀਕ ਹੋਣਾ ਚਾਹੀਦਾ। ਤਾਂ ਉਹਦੇ ਵਿੱਚ ਕੀ ਹੈ ਕਿ ਹੁਣ ਅਸੀਂ ਜਦੋਂ ਸ਼ੇਖ ਫਰੀਦ ਦੀ ਫਿਲਾਸਫੀ ਦੀ ਗੱਲ ਕਰਦੇ ਹਾਂ ਤਾਂ ਉਹ ਇਹ ਕੀ ਹੈ ਕਿ ਮਨੁੱਖੀ ਜੀਵਨ ਦਾ ਜਿਹੜਾ ਮਕਸਦ ਹੋਇਆ ਪਰਮਾਤਮਾ ਨਾਲ ਮਿਲਾਪ ਕਰਨਾ। ਠੀਕ ਹੈ, ਤੇ ਮਿਲਾਪ ਕਰਨ ਦੇ ਲਈ ਕੀ ਕਰਨਾ ਪਏਗਾ, ਉਹਨੂੰ ਖੁਦਾ ਦੀ ਬੰਦਗੀ ਕਰਨੀ ਪਏਗੀ। ਜ਼ਿੰਦਗੀ ਦੇ ਕੰਮ ਕਰਦਿਆਂ ਵੀ ਉਹਦੀ ਬੰਦਗੀ ਕਰਨੀ ਪਏਗੀ। ਠੀਕ ਹੈ, ਹੁਣ ਉਹ ਬੰਦਗੀ ਕਰਨ ਵਾਸਤੇ ਵੀ ਸ਼ੇਖ ਫਰੀਦ ਮਨੁੱਖ ਨੂੰ ਕੀ ਕਹਿੰਦੇ ਆ ਕਿ ਬੰਦਗੀ ਕਰਨ ਵਾਸਤੇ ਵੀ ਸਰੀਰ ਦੇ ਵਿੱਚ ਸਮਰੱਥਾ ਚਾਹੀਦੀ ਹੈ, ਤਾਕਤ ਚਾਹੀਦੀ ਹੈ। ਜਵਾਨੀ ਵੇਲੇ ਬਿਲਕੁਲ, ਜਦੋਂ ਕਹਿੰਦੇ ਨਾ ਅੱਜ ਫਰੀਦਾ ਕੂਜੜਾ ਸਹਿ ਕੋਹਾਂ ਥੀ ਓਮ, ਹੁਣ ਤਾਂ ਕਹਿੰਦੇ ਕਿ ਕੁੱਜਾ ਜਿਹੜਾ ਪਾਣੀ ਦਾ ਉਹ ਨਹੀਂ ਚੱਕਿਆ ਜਾ ਰਿਹਾ, ਤੇ ਫਿਰ ਬੰਦਗੀ ਕਿਵੇਂ ਹੋ ਜਾਏਗੀ। ਠੀਕ ਹੈ, ਤਾਂ ਇੱਕ ਸਰੀਰ ਦੇ ਵਿੱਚ ਸਮਰੱਥਾ ਚਾਹੀਦੀ ਹੈ। ਉਹ ਸਮਰੱਥਾ, ਉਹ ਤਾਕਤ ਉਹ ਕਦੋਂ ਹੁੰਦੀ ਹੈ, ਉਹ ਜਵਾਨੀ ਦੇ ਵੇਲੇ ਹੁੰਦੀ ਹੈ। ਤਾਂ ਕਹਿਣ ਦਾ ਮਤਲਬ ਕੀ ਹੈ ਕਿ ਫਰੀਦ ਬਿਰਧ ਅਵਸਥਾ ਦਾ ਜ਼ਿਕਰ ਕਰਦੇ ਆ, ਅਸਲ 'ਚ ਮਨੁੱਖ ਨੂੰ ਇਹ ਦੱਸਣਾ ਚਾਹੁੰਦੇ ਕਿ ਜੇ ਪਰਮਾਤਮਾ ਨਾਲ ਮਿਲਾਪ ਕਰਨਾ ਤਾਂ ਜਵਾਨੀ ਦੇ ਵੇਲੇ ਜਿਹੜਾ ਹੈਗਾ ਤੈਨੂੰ ਕੰਮ ਕਰਨਾ ਪਏਗਾ। ਕੰਮ ਤੋਂ ਭਾਵ ਉਹਦੀ ਸਾਧਨਾ ਕਰਨੀ ਪਏਗੀ, ਆਰਾਧਨਾ ਕਰਨੀ ਪਏਗੀ,
ਪਰਮਾਤਮਾ ਦੇ ਨਾਮ ਦੇ ਵਿੱਚ ਲੀਨ ਹੋਣਾ। ਸਿਮਰਨ। ਠੀਕ ਹੈ, ਰਾਈਟ। ਤਾਂ ਇਹ ਚੀਜ਼ ਹੈਗੀ ਹੈ ਇੱਕ। ਤਾਂ ਦੂਸਰਾ ਪੁਆਇੰਟ ਜਿਹੜਾ ਇਹਦੇ ਤੇ ਆਉਂਦਾ ਹੈ ਕਿ ਆਮ ਮਨੁੱਖ ਫਿਰ ਕਿਵੇਂ ਚੱਲਦਾ ਹੈ। ਉਹਨੇ ਜ਼ਿੰਦਗੀ ਨੂੰ ਵੰਡਿਆ ਹੋਇਆ ਕਿ ਜਵਾਨੀ ਆ ਜਿਹੜੀ ਉਹ ਸੰਸਾਰ ਦੇ ਵਿੱਚ ਰਹਿ ਕੇ ਜਿਉਂਦਾ, ਤੇ ਬੁਢਾਪਾ ਜਿਹੜਾ ਉਹ ਸੋਚਦਾ ਮੈਂ ਪਰਮਾਤਮਾ ਦੀ ਭਗਤੀ ਕਰ ਲਾਂਗਾ। ਠੀਕ ਹੈ। ਹੁੰਦਾ ਕੀ ਹੈ ਕਿ ਜਿਵੇਂ ਜਿਵੇਂ ਮਨੁੱਖ ਸੰਸਾਰ ਦੇ ਵਿੱਚ ਜਿਉਂਦਾ ਹੈ, ਦੋ ਤਲਾਂ ਤੇ ਜਿਉਂਦਾ ਮਨੁੱਖ, ਇੱਕ ਸਰੀਰਕ ਤਲ ਤੇ ਇੱਕ ਮਨ ਦੇ ਤਲ ਤੇ ਜਿਉਂਦਾ ਹੈ। ਠੀਕ। ਜਿਵੇਂ ਜਿਵੇਂ ਅਸੀਂ ਸੰਸਾਰ ਦੇ ਵਿੱਚ ਜਿਉਂਦੇ ਹਾਂ, ਜਿਵੇਂ ਜਿਵੇਂ ਅਸੀਂ ਕੰਮ ਕਰਦੇ ਹਾਂ, ਸਾਡੇ ਮਨ ਦੀਆਂ ਆਦਤਾਂ ਪੱਕੀਆਂ ਹੁੰਦੀਆਂ ਜਾਂਦੀਆਂ ਨੇ ਸਮੇਂ ਦੇ ਨਾਲ ਨਾਲ। ਜਦੋਂ ਤੱਕ ਮਨੁੱਖ ਬਿਰਧ ਅਵਸਥਾ 'ਚ ਪਹੁੰਚਦਾ, ਬੁਢਾਪੇ 'ਚ ਪਹੁੰਚਦਾ, ਉਹਦੀਆਂ ਆਦਤਾਂ ਪੱਕ ਜਾਂਦੀਆਂ। ਠੀਕ ਹੈ। ਦੂਸਰਿਆਂ ਨਾਲ ਗੁੱਸਾ ਕਰਨਾ, ਠੀਕ ਹੈ, ਕਿੱਦਾਂ ਦਾ ਉਹ ਖਾ ਪੀ ਰਿਹਾ ਹੈ, ਠੀਕ ਹੈ, ਕਿਵੇਂ ਹੋਰਨਾਂ ਨਾਲ ਵਿਵਹਾਰ ਕਰ ਰਿਹਾ ਹੈ। ਅੱਖੀ ਦੇਖ ਪਤੀਣੀਆਂ ਸੁਣ ਸੁਣ ਕੀਨੇ ਕੰਨ ਵਾਲੀ। ਬਿਲਕੁਲ ਬਿਲਕੁਲ। ਉਹ ਉਹਦੀਆਂ ਮਾਨਸਿਕ ਤੌਰ ਤੇ ਆਦਤਾਂ ਪੱਕ ਜਾਂਦੀਆਂ। ਹਾਂਜੀ ਹਾਂਜੀ, ਆਵਾਜ਼ ਨਹੀਂ ਆ ਰਹੀ ਸਰ ਤੁਹਾਡੀ। ਹੈਲੋ ਹੈਲੋ ਹੈਲੋ। ਹਾਂਜੀ ਹਾਂਜੀ, ਹੁਣ ਆ ਰਹੀ ਹੈ। ਠੀਕ। ਤਾਂ ਮਨੁੱਖ ਦੀਆਂ ਆਦਤਾਂ ਜਿਹੜੀਆਂ ਪੱਕਦੀਆਂ ਜਾਂਦੀਆਂ ਨੇ, ਮਨ ਪੱਕਾ ਹੁੰਦਾ ਜਾਂਦਾ, ਪਰ ਸਮੇਂ ਦੇ ਨਾਲ ਸਰੀਰ ਕੱਚਾ ਹੁੰਦਾ ਜਾਂਦਾ। ਠੀਕ ਹੈ। ਹੁਣ ਜਦੋਂ ਬੰਦਾ ਬੁੜਾ ਹੋ ਜਾਂਦਾ ਤਾਂ ਵੀ ਦਿਲ ਤਾਂ ਉਹਦਾ ਕਰਦਾ ਮੈਂ ਪੀਜੇ ਬਰਗਰ ਡੋਸੇ ਖਾ ਲਾਂ, ਪਰ ਡਾਕਟਰ ਕਹਿੰਦੇ ਨਹੀਂ ਖਾਣੇ, ਹੁਣ ਜੀ ਮਸਾਲੇ ਪਚਦੇ ਨਹੀਂ, ਹੁਣ ਜੀ ਡਾਇਬਟੀਜ਼ ਹੈ, ਚਾਹ ਵੀ ਫਿੱਕੀ ਪੀਓ, ਹੈ ਨਾ। ਆਮ ਜ਼ਿੰਦਗੀ ਦੀ ਅਸੀਂ ਗੱਲ ਕਰਦੇ ਹਾਂ। ਤਾਂ ਭਾਵ ਕੀ ਹੈ ਕਿ ਮਨੁੱਖ ਦੇ ਅੰਦਰ ਫਿਰ ਇੱਕ ਦੁੱਖ ਪੈਦਾ ਹੁੰਦਾ। ਕਿਉਂ? ਮਨ ਤਾਂ ਉਵੇਂ ਜਿਉਣਾ ਚਾਹੁੰਦਾ ਜਿਵੇਂ ਉਹ ਜਵਾਨੀ ਵੇਲੇ ਜਿਉਂਦਾ ਰਿਹਾ, ਕਿਉਂਕਿ ਮਨ ਨਹੀਂ ਬੁੜਾ ਹੁੰਦਾ, ਮਨ ਮਜ਼ਬੂਤ ਹੁੰਦਾ। ਠੀਕ ਹੈ। ਤੇ ਸਰੀਰ ਹੈ ਜਿਹੜਾ ਉਹ ਕੱਚਾ ਹੁੰਦਾ ਜਾਂਦਾ ਹੈ। ਜਿਉਣਾ ਉਵੇਂ ਚਾਹੁੰਦਾ ਮਨ ਦੇ ਮੁਤਾਬਕ, ਪਰ ਸਰੀਰ ਸਾਥ ਨਹੀਂ ਦਿੰਦਾ। ਤਾਂ ਮਨੁੱਖ ਦੇ ਅੰਦਰ ਇੱਕ ਦੁੱਖ ਪੈਦਾ ਹੁੰਦਾ। ਉਹ ਦੁੱਖ ਹੈ ਜਿਹੜਾ ਫਿਰ ਉਹਦੇ ਵਿੱਚੋਂ ਰੱਬ ਵੱਲ ਨਹੀਂ ਭੱਜਦਾ, ਕਿਉਂਕਿ ਉਹਦੇ ਕੋਲੇ ਕੋਈ ਹੋਰ ਚਾਰਾ ਨਹੀਂ ਰਹਿੰਦਾ। ਉਹ ਮਜਬੂਰੀ ਹੈ ਉਹਦੀ ਰੱਬ ਵੱਲ ਨਹੀਂ ਭੱਜਣਾ। ਉਦੋਂ ਦੁਨਿਆਵੀ ਪਦਾਰਥਾਂ ਤੋਂ ਆਪਣੇ ਆਪ ਨੂੰ ਤੋੜ ਨਹੀਂ ਪਾਉਂਦਾ, ਨਹੀਂ ਤੋੜ ਪਾਉਂਦਾ ਉਹ। ਠੀਕ ਹੈ। ਤਾਂ ਫਿਰ ਉਸ ਵੇਲੇ ਜਿਹੜਾ ਦੁੱਖ ਪੈਦਾ ਹੁੰਦਾ, ਉੱਥੋਂ ਰੱਬ ਵੱਲ ਨਹੀਂ ਭੱਜਣ ਦੀ ਕੋਸ਼ਿਸ਼ ਕਰਦਾ, ਪਰ ਰੱਬ ਨਾਲ ਫੇਰ ਨਹੀਂ ਜੁੜ ਸਕਦਾ ਉਹ। ਕਿਉਂ? ਕਿਉਂਕਿ ਰੱਬ ਨਾਲ ਪ੍ਰੇਮ ਚੋਂ ਨਹੀਂ ਜੁੜ ਰਿਹਾ ਉਹ ਤਾਂ ਮਜਬੂਰੀ ਚੋਂ ਜੁੜ ਰਿਹਾ। ਠੀਕ ਹੈ। ਤਾਂ ਉਸ ਵੇਲੇ ਜੁੜਿਆ ਨਹੀਂ ਜਾਂਦਾ। ਤਾਂ ਹੁੰਦਾ ਕੀ ਹੈ ਫਿਰ ਮਨੁੱਖ ਦੇ ਜਿਹੜੇ ਜੀਵਨ ਦਾ ਮੰਤਵ ਹੈ ਫਰੀਦ ਜੀ ਦੇ ਅਨੁਸਾਰ, ਉਹ ਫਿਰ ਅਸਫਲ ਹੋ ਜਾਂਦਾ, ਫੇਲ ਹੋ ਜਾਂਦਾ। ਰਾਈਟ। ਤਾਂ ਇਹ ਚੀਜ਼ ਹੈ। ਇਸ ਕਰਕੇ ਫਰੀਦ ਕਹਿੰਦੇ ਕਿ ਜਵਾਨੀ ਵੇਲੇ ਤੋਂ ਆਪਣੀਆਂ ਆਦਤਾਂ ਨੂੰ ਸੁਧਾਰ। ਠੀਕ ਹੈ। ਕਰ ਸਾਈ ਸਿਓ ਫਿਰ ਹੜੀ ਰੰਗ ਨਵੇਲਾ ਹੋਏ, ਕਿ ਹੁਣੇ ਪ੍ਰੀਤਮ ਦੇ ਨਾਲ ਪ੍ਰੇਮ ਪਾ, ਤੇਰਾ ਰੰਗ ਹੀ ਨਵਾਂ ਹੋ ਜਾਣਾ ਜ਼ਿੰਦਗੀ ਜਿਉਣ ਦਾ। ਤਾਂ ਇਹ ਚੀਜ਼ ਹੈਗੀ ਹੈ। ਕਲੀਅਰ? ਇਹਨਾਂ ਪੁਆਇੰਟਸ ਨੂੰ ਧਿਆਨ ਵਿੱਚ ਰੱਖ ਕੇ ਅਸੀਂ ਜਿਹੜਾ ਹੈਗਾ ਇਹ ਆਨਸਰ ਲਿਖਣਾ ਹੈਗਾ। ਦੂਸਰਾ ਪੁਆਇੰਟ ਜਿਹੜਾ ਸਾਡਾ ਆਨਸਰ ਹੈ ਉਹ ਇਸ ਤਰੀਕੇ ਦਾ ਹੋਣਾ ਚਾਹੀਦਾ ਕਿ ਹਰ ਅਗਲੀ ਲਾਈਨ ਇਸ ਤਰੀਕੇ ਨਾਲ ਹੋਵੇ ਕਿ ਜਿਵੇਂ ਅੱਗੇ ਅਸੀਂ ਵਧ ਰਹੇ ਹਾਂ, ਜਿਵੇਂ ਅਸੀਂ ਪੌੜੀਆਂ ਚੜ੍ਹਦੇ ਹੁੰਦੇ ਹਾਂ ਨਾ, ਹਰੇਕ ਅਗਲਾ ਸਟੈਪ ਅੱਗੇ ਨੂੰ ਜਾ ਰਿਹਾ ਹੁੰਦਾ, ਉਵੇਂ ਹੋਣਾ ਚਾਹੀਦਾ। ਜਿਵੇਂ ਅਸੀਂ ਇੱਕ ਪਿਆਸਾ ਕਾਂ ਦੀ ਕਹਾਣੀ ਲਿਖਦੇ ਹਾਂ, ਹਰ ਅਗਲੀ ਲਾਈਨ ਅੱਗੇ ਵੱਲ ਵਧ ਰਹੀ ਹੁੰਦੀ ਹੈ। ਅਕਸਰ ਕੀ ਹੁੰਦਾ, ਸਾਡੇ ਆਨਸਰ ਇੱਕ ਵਰਲਪੂਲ ਬਣ ਕੇ ਰਹਿ ਜਾਂਦੇ, ਉੱਥੇ ਹੀ ਘੁੰਮੀ ਜਾਂਦਾ ਰਹਿੰਦਾ ਆਨਸਰ। ਉਹ ਨਹੀਂ ਹੋਣਾ ਚਾਹੀਦਾ। ਤਾਂ ਅਸੀਂ ਇਹਨੂੰ ਕਿਵੇਂ ਲਿਖਾਂਗੇ ਕਿ ਫਰੀਦ ਜੀ ਦੇ ਅਨੁਸਾਰ ਜਿਹੜਾ ਮਨੁੱਖੀ ਜੀਵਨ ਦਾ ਉਦੇਸ਼ ਆ ਉਹ ਹੈ ਪਰਮਾਤਮਾ ਨਾਲ ਮਿਲਾਪ। ਉਹ ਕਿਵੇਂ ਹੋ ਸਕਦਾ? ਉਹ ਹੋਏਗਾ ਜੇ ਅਸੀਂ ਬੰਦਗੀ ਕਰਾਂਗੇ। ਉਹ ਬੰਦਗੀ ਦਾ ਵੇਲਾ ਕੀ ਹੈ? ਉਹ ਜਵਾਨੀ ਦਾ ਸਮਾਂ ਹੈ ਜਦੋਂ ਬੰਦਗੀ ਕੀਤੀ ਜਾ ਸਕਦੀ ਹੈ। ਪਰ ਜਿਹੜਾ ਆਮ ਮਨੁੱਖ ਹੈ ਉਹ ਕਿਵੇਂ ਜਿਉਂਦਾ? ਜਵਾਨੀ ਦਾ ਸਮਾਂ ਜਿਹੜਾ ਉਹ ਸੰਸਾਰ ਦੇ ਵਿੱਚ ਲੁਪਤ ਹੋ ਕੇ ਜਿਉਂਦਾ, ਤੇ ਬੁਢਾਪੇ ਵੇਲੇ ਉਹ ਪਰਮਾਤਮਾ ਨਾਲ ਮਿਲਾਪ ਦੀ ਸੋਚ ਕੇ ਜਿਉਂਦਾ। ਪਰ ਹੁੰਦਾ ਕੀ ਹੈ ਕਿ ਜਿਵੇਂ ਜਿਵੇਂ ਉਹ ਸੰਸਾਰ ਦੇ ਵਿੱਚ ਜਿਉਂਦਾ, ਉਹਦੀਆਂ ਸੰਸਾਰੀ ਆਦਤਾਂ, ਉਹਦੇ ਮਨ ਦੀਆਂ ਆਦਤਾਂ ਪੱਕਦੀਆਂ ਜਾਂਦੀਆਂ ਤੇ ਸਰੀਰ ਕੱਚਾ ਹੁੰਦਾ ਜਾਂਦਾ। ਫਿਰ ਬੁਢਾਪੇ ਦੇ ਵਿੱਚ ਜਾ ਕੇ ਜਦੋਂ ਦਾ ਮਨ ਤੇ ਸਰੀਰ ਇੱਕ ਜਿਹਨੂੰ ਅਸੀਂ ਕਹੀਏ ਇੱਕ ਆਪਸ ਦੇ ਵਿੱਚ ਮੇਲ ਮਿਲਾਪ ਦੇ ਵਿੱਚ ਨਹੀਂ ਰਹਿੰਦੇ, ਠੀਕ ਹੈ, ਤਾਂ ਫਿਰ ਉਹਦੇ ਅੰਦਰ ਦੁੱਖ ਪੈਦਾ ਹੁੰਦਾ। ਉਸ ਦੁੱਖ ਦੇ ਵਿੱਚੋਂ ਪਰਮਾਤਮਾ ਵੱਲ ਭੱਜਣ ਦਾ ਯਤਨ ਕਰਦਾ ਹੈ, ਪਰ ਕਿਉਂਕਿ ਹੁਣ ਸਰੀਰ 'ਚ ਸਮਰੱਥਾ ਨਹੀਂ ਹੈ, ਉਹ ਪਰਮਾਤਮਾ ਦੇ ਨਾਲ ਨਹੀਂ ਜੁੜ ਸਕਦਾ, ਆਪਣੀ ਲਿਵ ਨਹੀਂ ਲਾ ਸਕਦਾ। ਇਸ ਤਰੀਕੇ ਨਾਲ ਜਿਹੜਾ ਹੈਗਾ ਉਹਦੇ ਜੀਵਨ ਦਾ ਜਿਹੜਾ ਮੰਤਵ ਆ ਉਹ ਅਸਫਲ ਹੋ ਜਾਂਦਾ ਹੈ। ਇਸੇ ਕਰਕੇ ਫਰੀਦ ਜੀ ਨੇ ਮਨੁੱਖ ਨੂੰ ਬਿਰਧ ਅਵਸਥਾ ਦੀ ਤਸਵੀਰ ਵਾਰ-ਵਾਰ ਦਿਖਾ ਕੇ ਉਹਨੂੰ ਜਵਾਨੀ ਦੇ ਵੇਲੇ ਹੀ ਪਰਮਾਤਮਾ ਦੇ ਲੜ ਲੱਗਣ ਦੀ ਤਾਕੀਦ ਕੀਤੀ ਹੈ। ਠੀਕ ਹੈ। ਸੋ ਇਸ ਤਰੀਕੇ ਨਾਲ ਆਪਣੇ ਜਿਹੜੇ ਆਨਸਰ ਇੱਕ ਕਹਾਣੀ ਰੂਪ ਦੇ ਵਿੱਚ ਹੋਣਾ ਚਾਹੀਦਾ। ਵਿੱਚੋਂ ਜਿਹੜਾ ਹੈਗਾ ਅਸੀਂ ਮਿਲਦੀਆਂ ਜੁਲਦੀਆਂ ਕੋਟਸ ਨੇ ਜਿਹੜੀਆਂ ਉਹ ਦਿੰਦੇ ਜਾਵਾਂਗੇ। ਕਲੀਅਰ ਪੁਆਇੰਟ? ਹਰ ਅਗਲੀ ਲਾਈਨ ਹੈ ਜਿਹੜੀ ਇਦਾਂ ਲੱਗੇ ਜਿਵੇਂ ਅਸੀਂ ਕਹਾਣੀ ਦੇ ਅਗਲੇ ਪੜਾਅ ਵੱਲ ਵਧ ਰਹੇ ਹਾਂ। ਇਸ ਤਰੀਕੇ ਨਾਲ ਹੋਣਾ ਚਾਹੀਦਾ, ਪ੍ਰੋਗਰੈਸਿਵ ਹੀ ਹੋਣੀ ਚਾਹੀਦੀ ਹੈ। ਬਿਲਕੁਲ ਬਿਲਕੁਲ। ਠੀਕ ਹੈ। ਸੋ ਇਸ ਤਰੀਕੇ ਨਾਲ ਲਿਖਣਾ ਹੈ ਇਹਨੂੰ। ਤੁਸੀਂ ਸਿਰਫ ਇਹੀ ਕੁਐਸਚਨ ਮੈਨੂੰ ਰੀਰਾਈਟ ਕਰਕੇ ਭੇਜੋ। ਦੂਸਰੇ ਕੁਐਸਚਨ ਤੇ ਅਸੀਂ ਗੱਲ ਬਾਅਦ ਦੇ ਵਿੱਚ ਕਰਾਂਗੇ ਫਿਰ।
ठीक है, अच्छा यही क्वेश्चन दोबारा सिर्फ भेजना एक मैं, क्वेश्चन, हाँ जी हाँ, ठीक है, ਬਿਰਧ ਅਵਸਥਾ ਵਾਲਾ ਨਾ। ਬਿਲਕੁਲ ਬਿਲकुल ਸਿਰਫ ਇੱਕੋ क्वेश्चन, ठीक है। ਦੇਖ ਸਰ ਆਪਣਾ ਕਿੰਨੇ ਟਾਈਮ ਚ ਲਿਖਣਾ ਹੁੰਦਾ, ਮਤਲਬ ਵੀ ਹਲੇ ਮੈਂ ਕਿੰਨੇ ਫਿਲਹਾਲ ਦੇਖੋ ਤੁਸੀਂ ਅਜੇ ਸਟਾਰਟ ਕਰ ਰਹੇ ਹੋ ਤਾਂ ਫਿਲਹਾਲ ਤੁਸੀਂ ਟਾਈਮ ਨਾ ਲੈ ਕੇ ਚੱਲੋ ਕਿੰਨੇ ਟਾਈਮ 'ਚ ਲਿਖਣਾ ਅੱਛਾ ਹੈਗਾ, ਹਾਂਜੀ ਹਾਂਜੀ ਔਰ ਵਰਡ ਲਿਮਿਟ ਵੀ ਨਾ ਲੈ ਕੇ ਚੱਲੋ। ਪਹਿਲਾਂ ਸਾਡਾ ਠੀਕ ਹੈ ਮਕਸਦ ਇਹ ਹੋਣਾ ਚਾਹੀਦਾ ਅਸੀਂ ਕੁਐਸਚਨ ਦੀ ਡਿਮਾਂਡ ਕੀ ਆ ਉਹਨੂੰ ਸਮਝੀਏ, ਉਹਦੇ ਤੇ ਡਰਾਫਟ ਬਣਾਈਏ ਕੀ ਲਿਖਣਾ ਮੈਂ ਕੀ ਨਹੀਂ ਲਿਖਣਾ। ਮੈਂ ਕਹਿੰਦਾ ਨਾ ਭਾਵੇਂ ਤੁਸੀਂ ਹੈਂਡਆਊਟਸ ਤੋਂ ਵੇਖ ਕੇ ਹੀ ਲਿਖੋ, ਠੀਕ ਹੈ। ਅੱਛਾ ਸਟਾਰਟਿੰਗ ਦੇ ਵਿੱਚ ਸਭ ਤੋਂ ਪਹਿਲਾਂ ਸਾਨੂੰ ਇਹ ਸਮਝ ਆਉਣੀ ਜ਼ਰੂਰੀ ਹੁੰਦੀ ਹੈ ਕਿ ਕੁਐਸਚਨ ਦੀ ਡਿਮਾਂਡ ਕੀ ਹੈਗੀ ਆ। ਅਸੀਂ ਲਿਟਰੇਚਰ ਦੇ ਵਿੱਚ ਅਕਸਰ ਇਸ ਚੀਜ਼ ਤੇ ਬਹੁਤ ਟਪਲਾ ਖਾਂਦੇ ਆ। ਅਸੀਂ ਉੱਪਰਲੀ ਸਤਹ ਤੋਂ ਕੁਐਸਚਨ ਪੜ੍ਹ ਲੈਣਾ, ਸਾਨੂੰ ਇਦਾਂ ਲੱਗਦਾ ਕਿ ਬਸ ਇਹ ਚੀਜ਼ਾਂ ਹੈਗੀਆਂ ਇਹੀ ਲਿਖਣੀਆਂ ਨੇ, ਨਹੀਂ, ਉਹ ਐਵਰੇਜ ਆਨਸਰ ਬਣ ਜਾਂਦਾ ਸਾਡਾ, ਠੀਕ ਹੈ। ਠੀਕ ਹੈ ਤਾਂ ਸਾਨੂੰ ਕੀ ਹੈ, ਪਹਿਲਾਂ ਪੁਆਇੰਟਸ ਲੱਭੋ ਆਪਣੇ ਮਟੀਰੀਅਲ ਦੇ ਵਿੱਚੋਂ, ਉਹਨਾਂ ਨੂੰ ਇੱਕ ਅਲੱਗ ਕਾਪੀ ਤੇ ਲਿਖ ਲਓ, ਫਿਰ ਉਹਨਾਂ ਦਾ ਇੱਕ ਡਰਾਫਟ ਬਣਾਓ ਕਿ ਪਹਿਲਾਂ ਮੇਰਾ ਇਹ ਪੁਆਇੰਟ, ਦੂਸਰਾ ਇਹ, ਤੀਸਰਾ ਇਹ, ਚੌਥਾ ਇਹ ਹੋਣਾ ਚਾਹੀਦਾ, ਵਿੱਚ ਇਹ ਵਾਲੀਆਂ ਕੋਟਸ ਹੋਣੇ ਚਾਹੀਦੇ। ਕੋਟਸ ਵੀ ਭਾਵੇਂ ਸਟੀਕ ਚੋਂ ਵੇਖ ਕੇ ਲਿਖੋ, ਠੀਕ ਹੈ। ਬੱਚਿਆਂ ਨੂੰ ਇੱਕ ਡੇਢ ਘੰਟਾ ਵੀ ਲੱਗਦਾ, ਪਰ ਜਦੋਂ ਉਹਨਾਂ ਦੀ ਪਕੜ ਬਣ ਜਾਂਦੀ ਹੈ ਫਿਰ ਉਹੀ 7-8 ਮਿੰਟ 'ਚ ਲਿਖਣਾ ਸ਼ੁਰੂ ਕਰ ਦਿੰਦੇ ਆ। ਸੋ ਸ਼ੁਰੂ ਦੇ ਵਿੱਚ ਜਿਵੇਂ ਅਸੀਂ ਕਾਰ ਚਲਾਉਣੀ ਸਿੱਖਦੇ ਨਾ, ਕਦੇ ਨਹੀਂ ਅਸੀਂ ਕਹਿੰਦੇ ਡਰਾਈਵਿੰਗ ਸਕੂਲ ਵਾਲੇ ਨੂੰ ਵੀ ਪਹਿਲਾਂ ਮੈਨੂੰ 80 ਤੇ ਲੈ ਕੇ ਚੱਲਦੇ, ਚੌਥੇ ਗੇਅਰ 'ਚ, ਆਪਾਂ 6ਵੇਂ ਗੇਅਰ 'ਚ ਚੱਲਦੇ, ਨਹੀਂ, ਬਹੁਤ ਸਲੋ ਚੱਲਦੇ ਆ, ਪਹਿਲੇ ਦੂਜੇ ਗੇਅਰ 'ਚ ਚੱਲਦੇ ਆ। ਪਹਿਲਾਂ ਅਸੀਂ ਸਮਝ ਰਹੇ ਹੁੰਦੇ ਆ ਕਿੱਥੇ ਕਿਹੜਾ ਉਹਦਾ ਜਿਹੜਾ ਹੈਗਾ ਲੀਵਰ ਹੈਗਾ ਹੈ ਨਾ, ਉਹਨੂੰ ਕਿਵੇਂ ਅਸੀਂ ਮਤਲਬ ਪਕੜ ਬਣਾ ਰਹੇ ਹੁੰਦੇ ਪਕੜ ਬਣਾਉਣੀ ਹੈ, ਤਾਂ ਉਹ ਚੀਜ਼ ਹੈਗੀ ਆ। ਤਾਂ ਉਹੀ ਇੱਥੇ ਆਨਸਰ ਰਾਈਟਿੰਗ ਤੇ ਹੈ, ਠੀਕ ਹੈ। ਠੀਕ ਹੈ ਠੀਕ ਹੈ ਜਿਵੇਂ ਜਿਵੇਂ ਤੁਹਾਡੀ ਪਕੜ ਬਣਦੀ ਜਾਏਗੀ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ, ਤੁਹਾਡੀ ਲਿਖਣ ਦੀ ਸਪੀਡ ਆਪਣੇ ਆਪ ਬਣਦੀ ਜਾਏਗੀ। ਕਲੀਅਰ? ਕਾਫੀ ਟਾਈਮ ਬਾਅਦ ਲਿਖਿਆ ਨਾ ਸਰ, ਬਹੁਤ ਟਾਈਮ ਬਾਅਦ ਲਿਖਿਆ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਦੂਸਰੀ ਚੀਜ਼ ਹੈਗੀ ਇਹਦੇ ਚ ਇੰਟਰੋ ਤੇ ਕਨਕਲੂਜਨ, ਉਹਦੇ ਤੇ ਵੀ ਸ਼ੁਰੂ ਚ ਫੋਕਸ ਕਰਨ ਦੀ ਕੋਈ ਲੋੜ ਨਹੀਂ ਹੈ। ਕੁਐਸਚਨ ਨੂੰ ਸਮਝੋ, ਬਾਡੀ ਤੇ ਫੋਕਸ ਕਰੋ ਆਨਸਰ ਦੀ ਤੇ। ਜਦੋਂ ਤੁਹਾਡੇ ਕੋਲੇ ਬਾਡੀ ਵਧੀਆ ਬਣ ਜਾਏਗੀ, ਜਨਰਲੀ ਇਹ ਹੁੰਦਾ ਸੀ ਕਹਿੰਦੇ ਇੰਟਰੋ ਚ ਕੀ ਹੋਣਾ ਚਾਹੀਦਾ, ਮੈਂ ਕਹਿੰਦਾ ਕੁਝ ਨਹੀਂ ਇਹਦੇ ਚ ਫਿਕਰ ਕਰਨ ਦੀ ਲੋੜ। ਜਦੋਂ ਤੁਸੀਂ ਕੁਐਸਚਨ ਨੂੰ ਸਮਝ ਲਿਆ, ਉਹਦੀ ਬਾਡੀ ਵਧੀਆ ਬਣਨ ਲੱਗੀ, ਇੰਟਰੋ ਆਪਣੇ ਆਪ ਆਏਗੀ ਤੁਹਾਡੇ ਕੋਲੇ, ਠੀਕ ਹੈ। ਉਹ ਇੱਕ ਨੈਚੁਰਲ ਪ੍ਰੋਸੈਸ ਹੋਣਾ ਚਾਹੀਦਾ। ਜਨਰਲੀ ਅਸੀਂ ਕੀ ਕਰਦੇ ਹਾਂ ਜੀ, ਇੰਟਰੋਡਕਸ਼ਨ ਤੇ ਜ਼ੋਰ ਲਾ ਦੇਣੇ, ਇਦਾਂ ਦੀ ਹੋਣੀ ਚਾਹੀਦੀ। ਮੈਂ ਕਹਿੰਦਾ ਬਿਲਕੁਲ ਜ਼ੋਰ ਲਾਉਣ ਦੀ ਲੋੜ ਨਹੀਂ ਹੈ। ਜਦੋਂ ਸਾਨੂੰ ਕੁਐਸਚਨ ਦੀ ਸਮਝ ਆ ਗਈ, ਉਸ ਵੇਲੇ ਅਸੀਂ ਆਪਣੇ ਆਪ ਇੰਟਰੋ ਲਿਖ ਦੇਵਾਂਗੇ। ਸਿੰਪਲ ਜੀ ਚੀਜ਼ਾਂ, ਤੁਸੀਂ ਅੱਜ ਕਿਤੇ ਇੰਟਰਵਿਊ ਦੇਣ ਜਾਓ, ਸਪੋਜ਼ ਤੁਸੀਂ ਐਥਲੀਟ ਰਹੇ ਹੋ, ਤੁਹਾਨੂੰ ਉਹਦੇ ਬਾਰੇ ਕੁਝ ਪੁੱਛਣਗੇ, ਤੁਹਾਨੂੰ ਕਹਿਣਗੇ ਇੰਟਰੋਡਿਊਸ ਯੂਅਰਸੈਲਫ। ਜੇ ਤੁਸੀਂ ਫੀਲਡ ਦੇ ਵਿੱਚ ਕੁਝ ਕੀਤਾ ਹੋਇਆ ਤਾਂ ਤੁਸੀਂ ਆਪਣੇ ਆਪ ਇੰਟਰੋ ਬਣਾ ਦੋਗੇ ਉਸੇ ਵੇਲੇ। ਜੇ ਤੁਸੀਂ ਕਦੇ ਗਰਾਊਂਡ 'ਚ ਨਹੀਂ ਗਏ, ਕਿਵੇਂ ਇੰਟਰੋ ਬਣਾਓਗੇ ਕਿ ਮੈਂ ਕਿੱਥੇ ਕਿੱਥੇ ਖੇਲਿਆ ਹੋਇਆ, ਹੈ ਨਾ। ਉਹੀ ਚੀਜ਼ ਹੈ, ਬਸ ਬਾਡੀ ਕੀ ਆ, ਉਹ ਗਰਾਊਂਡ ਹੈ ਜਿੱਥੇ ਖੇਲਣਾ ਅਸੀਂ, ਠੀਕ ਹੈ। ਜੇ ਅਸੀਂ ਸਹੀ ਖੇਲ ਰਹੇ ਹਾਂ, ਇੰਟਰੋ ਕਨਕਲੂਜਨ ਕੁਦਰਤੀ ਤੌਰ ਤੇ ਆਪਣੇ ਆਪ, ਜਦੋਂ ਤੁਸੀਂ ਆਨਸਰ ਲਿਖਣੇ ਸ਼ੁਰੂ ਕਰਤੇ, 10-12 ਆਨਸਰ ਲਿਖ ਲਏ, ਆਪਣੇ ਆਪ ਇੰਟਰੋ ਤੇ ਕਨਕਲੂਜਨ ਬਣਨਾ ਸ਼ੁਰੂ ਹੋ ਜਾਣਗੇ, ਠੀਕ ਹੈ। ਸੋ ਇਹ ਕੁਐਸਚਨ ਇੱਕ ਜਿਹੜਾ ਇਹਨੂੰ ਲਿਖ ਕੇ ਸਬਮਿਟ ਕਰਵਾ ਦਿਓ ਮੈਨੂੰ, ਫਿਰ ਆਪਾਂ ਕਦ ਤੱਕ ਕਰਾਂ ਸਰ ਮੈਂ? ਤੁਸੀਂ ਮੰਗਲਵਾਰ ਤੱਕ ਕਰਵਾ ਦਿਓ ਇਹਨੂੰ। ਚਲੋ ਠੀਕ ਹੈ, ਮੰਗਲਵਾਰ ਤੱਕ ਕਰ ਦਾਂਗਾ। ਠੀਕ ਹੈ ਰਾਈਟ, ਠੀਕ ਹੈ ਠੀਕ ਹੈ ਜੀ। ਓਕੇ ਓਕੇ, ਥੈਂਕ ਯੂ ਸਰ। ਥੈਂਕ ਯੂ, ਓਕੇ ਜੀ, ਬਾਏ।